ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ। ਜਾਂ ਗੁਰ ਦੇਖਾਂ ਸਾਹਮਣੇ। ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹਿ। ਜੋ ਹਰ ਹਿਰਦੈ ਸਦਾ ਵਸਾਏ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹਿ। ਜੋ ਹਰ ਹਿਰਦੈ ਸਦਾ ਵਸਾਏ, ਬਿਨ ਸਤਿਗੁਰ ਨਾਉ ਨ ਪਾਈਐ। ਬੁਝੋ ਕਰ ਵਿਚਾਰ, ਨਾਨਕ ਪੂਰੇ ਭਾਗ। ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ, ਮਨ ਮੁਖ ਤ੍ਰਿਸ਼ਨਾ ਭੁਖ ਨਾ ਜਾਏ। ਗੁਰਮੁਖ ਸਬਦੇ ਰਤਿਆ, ਸੀਤਲ ਹੋਏ ਆਪ ਗਵਾਏ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੈ ਆਏ। ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਣ ਹੈ, ਜੋ ਨਾਮ ਰਹੇ ਲਿਵ ਲਾਏ। ਪੌੜੀ ਹਉ ਬਲਿਹਾਰੀ ਤਿਨ ਕੋ, ਜੋ ਗੁਰਮੁਖ ਸਿਖਾ। ਜੋ ਹਰ ਨਾਮ ਧਿਆਇਂਦੇ, ਤਿਨ ਦਰਸ਼ਨ ਪਿਖਾ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿਥੈ ਮੇਰਾ ਗੁਰ ਧਰੇ ਵਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿਥੈ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ। ਜਗਮਗ ਜੋਤ ਵਿਰਾਜਹਿ, ਸ੍ਰੀ ਗੁਰੂ ਗ੍ਰੰਥ ਮਝਾਰ। ਬੇਸਮਾਰ ਅਥਾਹ ਅਗੰਤਿ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਸ਼ੋਭਤ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਹੁਣੇ ਹੁਣ ਆਪ ਜੀ ਨੇ ਸ੍ਰੀ ਆਸਾ ਜੀ ਦਰਬਾਰ ਦਾ ਕੀਰਤਨ ਗੁਰਮੁਖ ਪਿਆਰੇ ਬਾਬਾ ਬਹਾਦਰ ਸਿੰਘ ਜੀ ਰਾਗਟ ਦੇ ਕੋਲੋਂ ਸਰਵਣ ਕੀਤਾ ਹੈ।
ਜੋ ਅੰਮ੍ਰਿਤ ਵੇਲੇ ਮੁਖ ਬਾਕ ਆਇਆ, ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ। ਉਹਦੀ ਵਿਚਾਰ ਦਾ ਸਮਾਂ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਇਸ ਪਾਵਨ ਅੰਮ੍ਰਿਤ ਵਚਨ ਨੂੰ ਸਰਵਣ ਕਰੀਏ। ਜੋ ਸੋਠ ਰਾਗ ਦੀ ਚੌਥੇ ਪਾਤਸ਼ਾਹ ਦੀ ਇਹ ਬਾਰ ਹੈ। ਬਾਰ ਦਾ ਮਤਲਬ ਪੌੜੀਆਂ ਜਿਹੜੀਆਂ ਨੂੰ ਚੌਥੇ ਪਾਤਸ਼ਾਹ ਦੀਆਂ ਹੋਣਗੀਆਂ। ਸ਼ਲੋਕ ਤੇ ਮਹੱਲੇ ਮਿਲਵੇਂ ਨੇ। ਇਹ ਅੱਜ ਦਾ ਮੁੱਖ ਵਾਕ ਗੁਰੂ ਅਮਰਦਾਸ ਮਹਾਰਾਜ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ। ਗੋਇੰਦਵਾਲ ਸਾਹਿਬ ਦੇ ਅੰਦਰ ਬੜੇ ਬੜੇ ਵਿਦਵਾਨ, ਬੜੇ ਬੜੇ ਯੋਗੀ, ਗੁਰੂ ਨਾਨਕ ਦਾ ਜੋ ਸਿੱਕਾ ਚੌਂ ਕੁੰਟਾਂ ਦੇ ਵਿੱਚ ਲਿਆ, ਉਹਨਾਂ ਦੀ ਗੁਰਤਾ ਗੱਦੀ ਦੇ ਵਾਰਸ ਹੋਣ ਕਰਕੇ ਬੜੇ ਬੜੇ ਸਿੱਧਨਾਥ ਆਇਆ ਕਰਦੇ। ਲਾਹੌਰ ਦੇ ਕੋਲ ਚੂਹਣੀਆਂ ਗ੍ਰਾਮ ਹੈ, ਉੱਥੇ ਦੇ ਰਹਿਣ ਵਾਲਾ ਇੱਕ ਪੰਡਤ ਸੀ, ਬੜਾ ਭਾਰੀ ਵਿਦਵਾਨ, ਹਿੰਦੁਸਤਾਨ 'ਚ ਮੰਨਿਆ ਹੋਇਆ। ਉਹਦਾ ਨਾਮ ਸੀ ਬੇਣੀ ਪੰਡਤ। ਉਹ ਮਹਾਰਾਜ ਸਾਹਿਬ ਜੀ ਦੀ ਸੋਭਾ ਸੁਣ ਕੇ ਆਇਆ, ਪਰ ਕਰਮ ਕਾਂਡੀ ਸੀ। ਜਦੋਂ ਗੋਇੰਦਵਾਲ ਸਾਹਿਬ ਆਇਆ ਤੇ ਸਿੱਖਾਂ ਨੂੰ ਕਿਹਾ ਮੈਂ ਗੁਰੂ ਕੇ ਦਰਸ਼ਨ ਕਰਨੇ ਆ। ਉਹਨੇ ਕਿਹਾ ਜੀ ਆਹ ਦੇਖੋ ਲਿਖ ਕੇ ਲਾਇਆ ਹੋਇਆ, ਜਿਹਨੇ ਗੁਰੂ ਕੇ ਦਰਸ਼ਨ ਕਰਨੇ ਆ ਪਹਿਲਾਂ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕੇ, ਪਹਿਲੇ ਪੰਗਤ ਪਾਛੇ ਸੰਗਤ। ਇਹ ਗੁਰੂ ਦਾ ਹੁਕਮ ਹੈ। ਉਹ ਕਹਿੰਦਾ ਵੀ ਮੈਂ ਤੁਹਾਡੀ ਪੰਗਤ 'ਚ ਬਹਿ ਕੇ ਨਹੀਂ ਛਕ ਸਕਦਾ। ਸਿੱਖਾਂ ਨੇ ਕਿਹਾ ਬਾਬਾ ਬੁੱਢਾ ਸਾਹਿਬ ਨੇ ਕਿਉਂ? ਕਹਿੰਦੇ ਤੁਹਾਡੇ ਵਿੱਚ ਜਾਤੀ ਪਾਤੀ ਸਾਰੀ ਰਲਗੜ ਕੀਤੀ ਹੋਈ ਹੈ। ਇੱਥੇ ਤੁਸੀਂ ਚੂੜੇ ਚਮਾਰ ਇਕੱਠੇ ਹੋਏ ਸਾਰੇ ਕੋਈ ਪੰਗਤ 'ਚ ਬਹਾਲਦੇ ਹੋ। ਇਸ ਕਰਕੇ ਵੀ ਮੈਂ ਬ੍ਰਾਹਮਣ ਹਾਂ, ਸੁੱਚ ਪਵਿੱਤਰਤਾ ਰੱਖਣ ਵਾਲਾ ਹੈ, ਤੇ ਮੈਂ ਨਹੀਂ ਤੁਹਾਡੀ ਪੰਗਤ 'ਚ ਨਹੀਂ ਬਹਿ ਸਕਦਾ। ਸਿੱਖਾਂ ਨੇ ਕਿਹਾ ਵੀ ਇੱਥੇ ਅਕਬਰ ਵਰਗੇ ਆਏ, ਉਹ ਵੀ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕ ਗਏ। ਕਹਿਣ ਲੱਗੇ ਫਿਰ ਤੁਸੀਂ ਇਸ ਤਰ੍ਹਾਂ ਕਰੋ ਵੀ ਗੁਰੂ ਦਾ ਹੁਕਮ ਵੀ ਮੰਨਿਆ ਜਾਊਗਾ, ਵੀ ਤੁਸੀਂ ਭੁੱਖੇ ਵੀ ਨਹੀਂ ਰਹੋਗੇ, ਤੁਸੀਂ ਰਸਤ ਲੈ ਲਓ। ਉਹਨੇ ਕਿਹਾ ਵੀ ਹਾਂ ਇਹ ਠੀਕ ਹੈ, ਰਸ ਦੇ ਦਿੱਤੀ। ਸਿੱਖਾਂ ਨੇ ਰਸ ਦੇ ਦਿੱਤੀ। ਗੁਰੂ ਦੀ ਇਹੀ ਜੀ ਕਲਾ ਵਰਤੀ। ਉਹ ਜਿੱਥੇ ਵੀ ਟੋਆ ਪੁੱਟੇ ਧਰਤੀ ਚੁੱਲ੍ਹਾ ਬਣਾਉਣ ਵਾਸਤੇ ਹੱਡੀਆਂ ਨਿਕਲ ਆਈਆਂ। ਉਹ ਹੱਡੀਆਂ ਨਿਕਲਣ ਤੋਂ ਮੁੜ ਕੇ ਫਿਰ ਜਾ ਕੇ ਇਸ਼ਨਾਨ ਕਰਨ ਲੱਗਿਆ। ਬਿਆਸਾ 'ਚ ਇਸ਼ਨਾਨ ਕੀਤਾ, ਫਿਰ ਲੱਕੜਾਂ ਧੋਈਆਂ, ਉਹਨੂੰ ਪੈਰ ਤੋਂ ਹੀ ਇਸ਼ਨਾਨ ਕਰਨ ਨੂੰ ਲੱਗ ਗਿਆ। ਮੁੜ ਕੇ ਫਿਰ ਪਟਿਆ, ਮੁੜ ਕੇ ਫਿਰ ਹੱਡੀਆਂ ਨਿਕਲੀਆਂ। ਉਹ ਮੁੜ ਕੇ ਫਿਰ ਪਾਣੀ 'ਚ ਵੜ ਗਿਆ। ਉਹ ਤੀਸਰੀ ਵਾਰ ਨੂੰ ਤਾਂ ਦਿਨ ਹੀ ਛਿਪ ਗਿਆ ਨਾ। ਫਿਰ ਉਹਨੇ ਕਿਹਾ ਛੱਡੋ ਝੰਜੜੇ, ਛੱਡੋ, ਆਪਾਂ ਰੋਟੀ ਨਹੀਂ ਖਾਂਦੇ, ਆਪਾਂ ਚੱਲਦੇ ਹਾਂ ਗੁਰੂ ਦੇ ਦਰਸ਼ਨ ਹੀ ਨਹੀਂ ਕਰਦੇ। ਇਹ ਇੱਥੋਂ ਚਲਿਆ ਗਿਆ। ਕਹਿੰਦਾ ਦੁਆਰਕਾ ਚੱਲਦੇ ਹਾਂ, ਭਗਵਾਨ ਕ੍ਰਿਸ਼ਨ ਦੇ ਕਰਾਂਗੇ ਦਰਸ਼ਨ। ਜਾਂਦੇ ਜਾਂਦੇ ਰਸਤੇ ਦੇ ਵਿੱਚ ਇਹ ਵਰਤ ਰੱਖਿਆ ਸੀ, ਕਾਸ਼ੀ ਦਾ ਖੋਲ੍ਹਣਾ ਸੀ, ਉੱਥੇ ਅੰਨ ਆਦਿ ਮਿਲਿਆ ਨਾ। ਇਹ ਕਲਾ ਵਰਤੀ ਉੱਥੇ। ਫਿਰ ਇਹਨੇ ਕਿਹਾ ਮਹਾਰਾਜ ਵੀ ਜੇ ਪੱਕਾ ਭੋਜਨ ਹੁੰਦਾ ਭਗਵਾਨ ਜੀ ਨੇ ਉਹ ਰੱਖ ਦਿੱਤਾ। ਕਹਿੰਦੇ ਜੰਗਲ 'ਚ ਹੋਰ ਤਾਂ ਕੋਈ ਆ ਨਹੀਂ ਸਕਦਾ, ਚਾਵਲ ਪਏ ਹੈ, ਇਹ ਕਿਆ ਹੋ ਰਿਹਾ? ਇਹਨੇ ਕਿਹਾ ਭਗਵਾਨ ਵੀ ਤੇਤੋਂ ਬਿਨਾਂ ਤਾਂ ਰੋਜੀ ਨਹੀਂ ਮੈਨੂੰ ਦਿੱਤੀ ਕਿਸੇ ਨੇ ਜੰਗਲ 'ਚ, ਤੂੰ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦਾ? ਮੈਂ ਭੋਜਨ ਨਹੀਂ ਛਕਣਾ। ਕਹਿੰਦੇ ਇੰਨੀ ਦੇਰ ਦਾ ਆਕਾਸ਼ਬਾਣੀ ਹੋਈ ਭੁੱਖਾ ਹੈ, ਭੋਜਨ ਛਕ ਲੈ, ਦਰਸ਼ਨ ਨਹੀਂ ਹੋ ਸਕਦਾ। ਜੀ ਕਿਉਂ? ਕਹਿੰਦੇ ਦਰਸ਼ਨ ਜਿੱਥੇ ਹੋਣੇ ਸੀ ਉੱਥੇ ਤਾਂ ਬੇਮੁਖ ਹੋ ਕੇ ਆ ਗਏ। ਇਹੀ ਕਿੱਥੋਂ? ਕਹਿੰਦੇ ਗੋਇੰਦਵਾਲ। ਹਰਿਦੁਆਰ 'ਚ ਤੈਨੂੰ ਜਾਂ ਦੁਆਰਕਾ ਤੇ ਦਰਸ਼ਨ ਨਹੀਂ ਹੋਣੇ, ਦਰਸ਼ਨ ਉੱਥੇ ਹੀ ਹੋਣਗੇ। ਇਹ ਮੁੜ ਕੇ ਵਿਚਾਰਾ ਜੰਗਲ 'ਚੋਂ ਫੇਰ ਚਲਿਆ ਗਿਆ। ਬਹੁਤ ਔਖਾ ਉੱਥੇ ਪਹੁੰਚਿਆ। ਜਦੋਂ ਪਹੁੰਚਿਆ ਮਹਾਰਾਜ ਸਾਹਿਬ ਜੀ ਦੇ ਦਰ ਦੇ ਉੱਤੇ, ਫਿਰ ਇਹਨੇ ਸੰਕਲਪ ਕੀਤਾ ਜੇ ਆਕਾਸ਼ਬਾਣੀ ਨੇ ਸੱਚ ਕਿਹਾ ਹੈ ਤਾਂ ਫਿਰ ਮੇਰੀ ਟੇਕ ਜਿਹੜੀ ਹੈ ਉਹ ਚਤੁਰਭੁਜੀ 4 ਬਾਹਾਂ ਵਾਲੇ ਭਗਵਾਨ ਵਿਸ਼ਨੂੰ ਤੇ, ਮੈਨੂੰ ਉਹਦੇ ਰੂਪ 'ਚ ਦਰਸ਼ਨ ਦੇਣ ਗੁਰੂ ਸਾਹਿਬ। ਉਧਰ ਦੀਵਾਨ ਲੱਗਿਆ ਸੀ। ਜਦੋਂ ਹੋਏ ਦੀਵਾਨ ਦੇ 'ਚ ਪਹੁੰਚਿਆ, ਸਾਹਮਣੇ ਸਿੰਘਾਸਨ ਤੇ ਬੈਠਿਆ ਦੇਖਿਆ ਵੀ 4 ਬਾਹਾਂ ਵਾਲੇ ਭਗਵਾਨ ਵਿਸ਼ਨੂੰ ਜੀ ਬੈਠੇ। ਇਹ ਫਿਰ ਬੇਹੋਸ਼ ਹੋ ਕੇ ਹੀ ਧਰਤੀ ਤੇ ਡਿੱਗ ਪਿਆ। ਵੀ ਐਡੀ ਬੜੀ ਕਲਾ ਦੇ ਮਾਲਕ ਨੇ ਗੁਰੂ ਸਾਹਿਬ। ਜਦੋਂ ਮਹਾਰਾਜ ਨੇ ਪਾਣੀ ਦਾ ਛਿੱਟਾ ਮਾਰਿਆ ਦੇਖਿਆ ਤੇ ਗੁਰੂ ਅਮਰਦਾਸ। ਇਹ ਮਹਾਰਾਜ ਸਾਹਿਬ ਜੀ ਕਹਿੰਦੇ ਬਾਈ ਬਚਨ ਬਲਾਸ ਬਾਅਦ 'ਚ, ਪਹਿਲਾਂ ਜਾ ਲੰਗਰ ਛਕ। ਕਹਿੰਦੇ ਜੀ ਹੁਣ ਤਾਂ ਛਕਣਾ ਹੀ ਆ,
पंगत च लंगर छकिया बैठ गए। आखे तू रोटी क्यों नहीं सी खांदा? कहंदा जी मैं ब्राह्मण हाँ, सुच रखदा। महाराज कहते ब्राह्मण की परिभाषा की है? उत्थे फिर महाराज ने श्लोक उच्चारण किया, सुनो जी। श्लोक महला तीजा। इस वार दे श्लोक ਜਿਹੜੇ ਨੇ ਤੇ ਮਹੱਲੇ ਇਕੱਠੇ ਹੈ ਤੀਸਰੇ ਪਾਤਸ਼ਾਹ ਦਾ ਇਹ ਪਾਵਨ ਬਚਨ ਹੈ। ਇਹਦੇ ਵਿੱਚ ਪਹਿਲਾਂ ਮਹਾਰਾਜ ਬ੍ਰਾਹਮਣ ਦੱਸਣਗੇ ਕੌਣ ਹੁੰਦਾ, ਫਿਰ ਨਾਮ ਦਾ ਪ੍ਰਤਾਪ ਦੱਸਣਗੇ, ਫਿਰ ਨਾਮ ਦੀ ਪ੍ਰਤਾਪ ਹੀ ਗੁਰੂ ਦੁਆਰਾ ਦੱਸਣਗੇ ਤੇ ਗੁਰੂ ਦੀ ਪ੍ਰਾਪਤੀ ਕਰਮਾਂ ਅਨੁਸਾਰ ਦੱਸਣਗੇ। ਐਂ ਲੜੀ ਜੁੜਦੀ ਹੈ ਤੇ ਉਹ ਵਕਤ ਅਨੁਸਾਰ ਹੁੰਦਾ, ਖੁੱਲੀਆਂ ਗੱਲਾਂ ਤਾਂ ਇਸ ਕਰਕੇ ਵੀ ਆਪਾਂ ਸਮੇਂ ਅਨੁਸਾਰ ਸਮਾਪਤੀ ਵੀ ਕਰਨੀ ਹੈ। तो इस करके महाराज साहब जी ने फरमान किया, ब्राह्मण ब्रह्म बोल दो जी, ब्रह्म ब्रह्म बिंदै तिसदा ब्रह्मत रहा। महाराज कहते भी जन्म धारण करन दे नाल तां कोई ब्राह्मण नहीं होंदा। तुहाडे ग्रंथां च लिखिआ महाराज कहते दसो भी व्यास दा जन्म कित्थों होया सी, वशिष्ठ मुनि दा कित्थों होया? ब्राह्मण भजे, ब्राह्मणी दे तां जम्मे नहीं हो। तुहाडे ग्रंथां दी गल है। कहने लगे महाराज फिर ये की है? कहते देख इस तरह है भी कर्म नाम वरण ते जिवें दसम पातशाह ते महाराज साहब जी कहते है तुहाडे ग्रंथां दे विच ही सूत्र आउंदे है एक महापुरखां दी रचना तो कित्थों कित्थों कण इकट्ठा होया है, कदों उहने काम आउणा है। अज मुखवाक दे विच उहनां दा सूत्र काम आ रहा है। श्रीमान संत ज्ञानी गुरबचन सिंह जी रसना तो दास ने सुनिया सी, उन्होंने एक सूत्र बोलिया, कहते जन्म जाए ते सूदरा संस्कारो जी दो जोतमा, वेद वेद पाठी भवंत वेदा ब्रह्म जनंती ब्राह्मण। ये हुण शास्त्रां च हिंदू मत दे ग्रंथां दा दौर है। वो हद हो गई। महाराज कहते तुहाडी ग्रंथां च लिखिया होवे भी जन्म वेले हर एक शूद्र ही जमदा ते तुसीं आ चूड़े चम्यार जिहड़े नां रख ले, कित्थों रख ले तुसीं? मनुख तां मनुख ही है ते जन्म दे विच शूद्र है। तुसीं कहने हो, तुहाडे ग्रंथ कहंदे नहीं जन्म जाए ते शूद्रा, ते फिर उहदे नाल तुसीं ब्राह्मण किवें बणे हो? दिजोतमा संस्कारे दिजोतमा, संस्कार दिंदे हो, कहंदे भी हुण इह दिज बन गया, दिजोतमा ब्राह्मण बन गया। दिजोतमा उसका नाम देंदे। वेद पाठी भवंत वेदा, वो वेद पाठ करन करके फिर उसनूं कहंदे जी इहदे कई तुसीं नाम रखिआ ब्रह्म जनंती ब्राह्मण। ब्राह्मण जद बनिया जदों ब्रह्म नूं जान लिया। हुण कबीर साहब ने भी यही गल की है, कहो कबीर ये कही काहे जिथे साध संगत बैकुंठा है कि है ना, उत्थे कबीर साहब ये कहते ने बैकुंठ दे विच की सिखालिया जांदा है? कहो कबीर जो ब्रह्म विचारे सो ब्राह्मण कहिया तो है हमारे, वो ब्राह्मण है। खैर ये बड़े प्रमाण न ते महाराज कहते ब्रह्म बिंदे, बिंदे नाम है जानन दा, जिहड़ा ब्रह्म नूं जाण लवे उसदा ब्राह्मणपना रह सकदा है। ब्रह्म नूं तू जाणिया नहीं, तू ब्राह्मण कित्थों है? ऐ मेरे गुरसिख ने जिहड़े ब्राह्मण जिहड़े भोजन छका रहे, तसल्ली हो गई ओदी, चरनी पै गया है। एक शब्द लिव लाए, एक अखंड स्वरूप वाहिगुरु दे चरनां च लिव बिरती नूं जिन्हें ला लिया, ब्रह्म नूं जान लिया, ओहदा नाम ब्राह्मण है। भाई जन्म लैण तो कोई ब्राह्मण नहीं बन जाता, और जन्म लैण तो कोई शूद्र नहीं बन जाता। ये तो संस्कार, ये कर्म है। जिहा जिहा कोई कर्म करता है तो वह जी ब्राह्मण का लड़का जुत्तियां कढ़न लग जाए तो सो नूं कौन कहूगा भी ब्राह्मण है? चमदा काम करू उन्हें चम्यार कहणगे, चाहे बामणा दे जमे। ये तो कर्म का नाम है, तुसीं नफरत ना करो, ये कित्तियां ते नाम पै गए। अगे दसदे हन जी, नव निधि 18 सिद्धि पिछे लगियां फिरहे। जिन्हां दी नाम दे विच लिवती बिरती लग गई है, ब्राह्मण पने की गल दस के हुण महाराज अगे नाम का प्रताप दसदे है। 9 निधियां जिहड़ियां पद्मा महापद्म मकर कश्व मकंद कुंद नील संख खरब, जहाँ असन बसन पू कनक पुन दासी चौंप गुलाम रसवाहे हंडवाहे जानिया जय भव निध के नाम। ये 9 नदी हैं।
18 ਸਿੱਧੀਆਂ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪਰਾਕਮਾ ਈਸਤਾ ਬਸੀਕਰਨ ਇਹਨਾਂ ਦੇ ਨਾਮਨ। ਵਿਆਖਿਆ ਕਿੱਥੋਂ ਕਰਦੀ ਹੈ, ਨਹੀਂ ਕਿਵੇਂ ਸਮਝਣ ਦਾ, ਜਦੋਂ ਸਮਾਂ ਹੋਵੇ ਉਹਦੀ ਕੱਲੀ ਕੱਲੀ ਵਿਆਖਿਆ ਸਮਝਾਈ ਜਾਂਦੀ ਹੈ। ਇਹ 18 ਪ੍ਰਕਾਰ ਦੀ, ਜਿਹਦੇ ਵਿੱਚੋਂ 8 ਪ੍ਰਕਾਰ ਦੀ ਮੁੱਖ ਸਿੱਧੀ ਹੈ ਔਰ 10 ਪ੍ਰਕਾਰ ਦੀ ਗੌਣ ਸਿੱਧੀ ਹੈ, ਛੋਟੀ ਸਿੱਧੀ। ਤੇ ਇਹ ਸਾਰੀਆਂ ਪਿੱਛੇ ਲੱਗੀਆਂ ਫਿਰਦੀਆਂ। ਕਿਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਦੱਸਦੇ ਹਨ ਜੀ। ਜੋ ਹਰ ਹਿਰਦੈ ਸਦਾ ਵਸਾਏ, ਜੋ ਸਦਾ ਹਮੇਸ਼ਾ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾ ਲੈ, ਉਹਦੇ ਤਾਂ ਮਗਰ ਮਗਰ ਫਿਰਦੀਆਂ। ਉਹ ਤਿਆਗਦਾ ਹੈ, ਕਹਿੰਦਾ ਵੀ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਕੀ ਕਰਨੀਆਂ ਨੇ ਇਹ, ਮੈਂ ਮਦਾਰੀ ਥੋੜ੍ਹੀ ਹਾਂ ਵੀ ਲੋਕਾਂ ਨੂੰ ਕਰਾਮਾਤ ਦਿਖਾਵਾਂ ਤੇ ਮਗਰ ਲਾਵਾਂ। ਕਹਿੰਦਾ ਰਿੱਧ ਸਿੱਧ ਅਵਰਾ ਸਾਧ, ਇਹ ਤਾਂ ਹੋਰ ਤਰ੍ਹਾਂ ਦਾ ਸਵਾਦ ਹੈ, ਨਾਮ ਦਾ ਸਵਾਦ ਨਹੀਂ ਹੈ ਇਹਦੇ 'ਚ। ਠੀਕ ਹੈ, ਇਹਨੂੰ ਲਤੜ ਕੇ ਲੰਘਦਾ ਕੁਛ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੈ ਮਨਿਆ। ਇਹ ਘਾਟਾ ਥੋੜ੍ਹੀ ਪਾਉਣਾ। ਤੇ ਕਸ਼ਮੀਰ ਦੇ ਅੰਦਰ ਦੌਲੇ ਸ਼ਾਹ ਫਕੀਰ ਰਹਿੰਦਾ ਸੀ। ਭਾਈ ਗੜੀਆ ਜੀ ਗਏ ਸੀ ਪ੍ਰਚਾਰ ਕਰਨ। ਉਹ ਜਦੋਂ ਸੰਗਤਾਂ ਨੂੰ ਪਤਾ ਲੱਗਿਆ, ਇਕੱਠੀਆਂ ਹੋਈਆਂ, ਰੋਜ਼ ਜਾਪ ਹੋਣਾ, ਕਥਾ ਹੋਣੀ, ਇਹ ਮੀਆਂ ਦੌਲੇ ਸ਼ਾਹ ਇਹ ਵੀ ਚਲਿਆ ਗਿਆ। ਇਹ ਸੜਕਾਂ ਬਣਾਉਂਦਾ, ਰਸਤੇ ਸਾਫ਼ ਕਰਦਾ, ਕਰਾਮਾਤ ਨਾਲ ਇਹ ਮਜ਼ਦੂਰੀ ਦਿੰਦਾ, ਬੜਾ ਪਰਉਪਕਾਰੀ ਸੀ। ਤੇ ਆਇਆ, ਜਦੋਂ ਆ ਕੇ ਸੁਖਮਨੀ ਸਾਹਿਬ ਸੁਣਿਆ, ਕਹਿੰਦਾ ਓਹੋ, ਇਹੋ ਜਿਹਾ ਆਨੰਦ ਤਾਂ ਕਦੇ ਨਿਵਾਜ 'ਚ ਨਹੀਂ ਵੀ ਆਇਆ। ਤੇ ਭਾਈ ਸਾਹਿਬ ਦਾ ਕੈਲ ਬਣ ਗਿਆ, ਕਹਿੰਦੇ ਜੀ ਬੜੀ ਮਿੱਠੀ ਕਲਾਮ ਹੈ। ਕਹਿੰਦੇ ਵੀ ਇਹ ਗੁਰੂ ਅਰਜਨ ਦੇਵ ਜੀ ਦੀ ਹੈ। ਤੇ ਭਾਈ ਸਾਹਿਬ ਨੂੰ ਕਹਿੰਦਾ ਜੀ ਮੈਂ ਤੁਹਾਨੂੰ ਵਿਦਾ ਕਰਨ ਨਾਲ ਜਾਊਂਗਾ। ਜਦੋਂ ਜਾਣ ਲੱਗਿਆ, ਉਹ ਜਾਂਦੇ ਜਾਂਦੇ ਕੀ ਹੋਇਆ, ਜੁੱਤੀ ਭਾਈ ਸਾਹਿਬ ਦੀ ਕਿਤੇ ਨਾ, ਉਹ ਟੁੱਟੀ ਹੋਈ ਸੀ ਜੁੱਤੀ। ਉਹ ਜੁੱਤੀ ਫਿੱਡੀ ਜੀ ਹੋਈ ਹੈ ਤਾਂ ਫਿਟਕ ਫਿਟਕ ਵੱਜਦੀ ਹੈ, ਜਿਹੜੀ ਮਿੱਟੀ ਘੱਟਾ ਖੁੱਚਾਂ ਤੇ ਪੈ ਰਿਹਾ। ਤੇ ਮੀਆਂ ਦੌਲਾ ਕਹਿਣ ਲੱਗਾ ਵੀ ਦੇਖੋ, ਗੁਰੂ ਅਰਜਨ ਦੇਵ ਜੀ ਨੇ ਹਜਾ ਬਾਣੀ ਪੜ੍ਹਨ ਵਾਲਾ ਸਿੱਖ ਹੈ, ਵੀ ਇੰਨੀ ਗਰੀਬੀ 'ਚ ਹੈ, ਇਹਨੂੰ ਜੁੱਤੀ ਵੀ ਚੱਜ ਦੀ ਨਹੀਂ ਦਿੱਤੀ। ਤੇ ਉਹ ਕਹਿਣ ਲੱਗਿਆ ਭਾਈ ਸਾਹਿਬ ਜੀ ਵੀ ਮੈਂ ਤੁਹਾਨੂੰ ਜੁੱਤੀ ਲੈ ਕੇ ਦੇ ਦਿਆਂ। ਕਹਿੰਦੇ ਕਾਹਦੇ ਲਈ, ਅਜੇ ਤਾਂ ਚੰਗੀ ਭਲੀ ਹੈ। ਉਹ ਕਹਿੰਦੇ ਨਹੀਂ ਜੀ। ਕਹਿਣ ਲੱਗੇ ਮੀਆਂ ਦੌਲਾ ਜੀ ਮੈਨੂੰ ਪਤਾ ਵੀ ਤੁਹਾਡੇ ਕਰਾਮਾਤ ਨਾਲ ਪੈਸੇ ਬਣਾ ਲੈਣੇ ਹੋ, ਪਰ ਮੈਨੂੰ ਲੋੜ ਨਹੀਂ ਹੈ। ਉਹ ਕਹਿੰਦਾ ਵੀ ਜਿਹੜੀ ਤੂੰ ਸ਼ੰਕਾ ਕਰ ਰਿਹਾ ਨਾ ਗੁਰੂ ਤੇ, ਵੀ ਗੁਰੂ ਨੇ ਸਿੱਖ ਨੂੰ ਦਿੱਤਾ ਕੁਛ ਨਹੀਂ, ਕਹਿੰਦੇ ਵੀ ਤੇਰੀਆਂ ਅੱਖਾਂ ਹੀ ਨਹੀਂ ਦੇਖਣੀਆਂ। ਉਹਨੇ ਕਿਹਾ ਵੀ ਇਹ ਅੰਤਰਜਾਮਤਾ ਨਾਲ, ਸਿੱਖ ਦਾ ਅੰਤਰਜਾਮੀ ਹੈ, ਮੈਂ ਤਾਂ ਸੋਚਿਆ ਹੀ ਸੀ ਵੀ ਗੁਰੂ ਅਰਜਨ ਦੇਵ ਦਿੱਤਾ ਕੁਛ। ਕਹਿੰਦਾ ਜੀ ਫਿਰ ਮੈਨੂੰ ਤਾਂ ਦਿਸੇ ਨਹੀਂ ਉਹ ਦਿੱਤਾ ਹੋਇਆ। ਕਹਿੰਦੇ ਜੀ ਅੱਖਾਂ ਵਾਲਾ ਹੀ ਦੇਖ ਸਕਦੇ। ਆਖੇ ਜੀ ਕਿਵੇਂ? ਕਹਿੰਦੇ ਚੰਗਾ ਬੈਠੋ, ਇੱਕ ਠੇ ਸੀ ਬਹੁਤ ਵੱਡਾ। ਕਹਿੰਦੇ ਮੀਆਂ ਦੌਲਾ ਜੀ ਅੱਖਾਂ ਬੰਦ ਕਰੋ। ਅੱਖਾਂ ਬੰਦ, ਕਹਿੰਦੇ ਵਾਹਿਗੁਰੂ ਕਹਿ ਕੇ ਖੋਲ ਦਿਓ। ਜਾ ਖੋਲਿਆ, ਉਹ ਹੀਰੇ ਪੰਨੇ ਸੋਨਾ ਚਾਂਦੀ ਦਾ ਢੇਰ ਲੱਗੇ ਹੋਏ ਦੇਖ। ਉਹ ਪੈਰੀਂ ਡਿੱਗ ਪਿਆ, ਕਹਿੰਦਾ ਸਿੱਖਾ ਇਹ ਕੀ ਹੈ? ਬਰਕਤਾਂ ਐਡੀਆਂ ਵੱਡੀਆਂ ਢੇਰਾਂ ਦੇ ਢੇਰ ਸੋਨੇ ਚਾਂਦੀ ਦੇ ਹੀਰਿਆਂ ਦੇ ਬਣਾ ਸਕਦਾ ਹੈ, ਜੁੱਤੀ ਟੁੱਟੀ ਪਾਈ ਬੈਠੀ। ਇਹਦਾ ਕਹਿੰਦਾ ਕਾਰਨ ਹੈ ਕੀ? ਕਹਿੰਦਾ ਮੇਰੇ ਗੁਰੂ ਨਾਨਕ ਦਾ ਬਚਨ ਹੈ, ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਅਸੀਂ ਰਾਖਾ ਰੱਖਿਆ ਵਾ, ਇਹ ਖੇਤ ਦਾ ਵੀ ਉਜੜ ਨਾ ਜਾਵੇ, ਤੇ ਤੁਸੀਂ ਉਜਾੜਦੇ ਫਿਰਦੇ ਹੋ, ਬਾੜ ਨਹੀਂ ਕੀਤੀ। ਅਸੀਂ ਤਾਂ ਗਰੀਬੀ ਦੀ ਬਾੜ ਕਰਕੇ ਜਿਉਂਦੇ ਹਾਂ ਭਾਈ, ਕਰਾਮਾਤਾਂ ਸਾਡੇ 'ਚ ਬਥੇਰੀਆਂ। ਉਹ ਕਹਿੰਦਾ ਵੀ ਧੰਨ ਗੁਰੂ ਹੈ ਤੇ ਧੰਨ ਗੁਰੂ ਕੇ ਸਿੱਖ। ਇਹ ਤਾਂ ਕਹਿੰਦਾ ਸਾਡੇ ਗੁਰੂ ਘਰ ਦੇ ਤਾਂ ਮੀਆਂ ਦੌਲਾ ਜੀ ਤੁਸੀਂ ਗੁੱਸਾ ਨਾ ਕਰਿਓ, ਕਹਿੰਦੇ ਜਿਹੜੇ ਕੁੱਤੇ ਟੁਕੜੇ ਖਾਣ ਵਾਲੇ ਨੇ ਨਾ ਗੁਰੂ ਦੇ, ਗੁਰਸਿੱਖਾਂ ਦੇ ਜੂਠ ਖਾਣ ਵਾਲੇ, ਇਹ ਕਰਾਮਾਤਾਂ ਤਾਂ ਉਹਨਾਂ 'ਚ ਵੀ ਹੁੰਦੀਆਂ। ਇਸ ਕਰਕੇ ਕੋਈ ਬਹੁਤੀ ਵੱਡੀ ਸੰਸਾਰ ਵਾਸਤੇ ਵੱਡੀ ਗੱਲ ਹੋਊਗੀ। ਐਸਾ ਵਚਨ ਕੀਤਾ ਸੀ ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਵਸਦਾ ਹੈ, ਕਰਾਮਾਤਾਂ ਮਗਰ ਫਿਰਦੀਆਂ ਹਨ। ਬਿਨ ਸਤਿਗੁਰ ਨਾਉ ਨਾ ਪਾਈਐ। ਆਖੇ ਜੀ ਇਹ ਕਰਾਮਾਤਾਂ ਜਿਹੜੀਆਂ ਫਿਰ ਕਿੱਥੋਂ ਪ੍ਰਾਪਤ ਹੁੰਦੀ ਹੈ? ਤੇ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਵੀ ਨਾਮ ਦੀਆਂ ਬਰਕਤਾਂ। ਨਾਮ ਕਿੱਥੋਂ ਮਿਲਦਾ ਹੈ? ਸਤਿਗੁਰੂ ਤੋਂ ਬਿਨਾਂ ਪ੍ਰਮਾਤਮਾ ਦਾ ਨਾਮ ਨਹੀਂ ਪ੍ਰਾਪਤ ਹੁੰਦਾ। ਸਤਿਗੁਰ ਦਾਤਾ ਨਾਮ ਦਾ ਹੈ, ਬਿਨ ਸਤਿਗੁਰ ਨਾਉ ਨਾ ਪਾਈਐ, ਨਾਮ ਨਹੀਂ ਪ੍ਰਾਪਤ ਹੁੰਦਾ ਹੈ। ਮਨਮੁਖ ਵੀ ਨਿਗੁਰੇ ਵੀ, ਮਨਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਤੋਏ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਹੈ ਨਾ ਗੁਰ। ਸੋ ਇਸ ਕਰਕੇ ਹੈ ਗੁਰੂ ਧਾਰਨ ਕਰਨਾ ਚਾਹੀਏ।
ਇੱਥੇ ਸਰੋਤਿਆਂ ਦੇ ਵਿੱਚੋਂ ਕਿ ਸਤਿਕਾਰਯੋਗ ਬੀਬੀ ਜੀ ਬਾਹਰ ਮਿਲੇ, ਮੈਨੂੰ ਕਹਿਣ ਲੱਗੇ ਜੀ ਮੇਰਾ ਅੰਮ੍ਰਿਤ ਨਹੀਂ ਛਕਿਆ ਵਾ, ਪਰ ਮੈਂ ਬਾਣੀ ਪੜ੍ਹਦੀ ਹਾਂ ਵੀ ਚੰਗੇ ਕੰਮ ਕਰਦੀ ਹਾਂ, ਗੁਰਦੁਆਰੇ ਜਾਂਦੀ ਹਾਂ, ਕਥਾ ਸੁਣਦੀ ਹਾਂ। ਮੈਂ ਕਿਹਾ ਇੰਨੀ ਉਮਰ ਹੋ ਗਈ, ਅੰਮ੍ਰਿਤ ਕਿਹਨੂੰ ਛਕਿਆ? ਕਹਿੰਦੇ ਜਦੋਂ ਜੋ ਕੁਛ ਗੁਰੂ ਕਹਿੰਦੇ ਉਹ ਕਰ ਰਹੇ ਆ, ਵੀ ਇਹ ਜਿਹੜੀ ਮੈਂ ਬਾਣੀ ਪੜ੍ਹਦੀ ਹਾਂ ਲਾਭ ਕੋਈ ਨਹੀਂ। ਮੈਂ ਕਿਹਾ ਲਾਭ ਤਾਂ ਹੈਗਾ ਪਰ ਉਹਨਾਂ ਨਹੀਂ ਹੈ। ਕਹਿੰਦੇ ਜੀ ਕਿਸ ਤਰ੍ਹਾਂ? ਮੈਂ ਕਿਹਾ ਵੀ ਤੇਰੇ ਸੌਖੀ ਸਮਝ ਆ ਜਾਊਗੀ। ਜ਼ਮੀਨ ਹੈ, ਜ਼ਮੀਨ ਨੂੰ ਪਾਣੀ ਦੇਣ ਦੇ ਨਾਲ ਕੀ ਲਾਭ ਹੈ? ਬਾਕੀ ਦੀ ਜ਼ਮੀਨ ਤਪਦੀ ਹੈ ਤੇ ਉਹ ਠੰਡੀ ਰਹੇਗੀ। ਸਮਝ ਆ ਗਈ? ਕਹਿੰਦੇ ਠੀਕ ਹੈ। ਮੈਂ ਕਿਹਾ ਪਰ ਜੰਮੂ ਨਹੀਂ ਉਹਦੇ ਵਿੱਚ ਕੁਛ ਵੀ, ਕਿਉਂਕਿ ਦਾਣਾ ਨਹੀਂ ਬੀਜਿਆ। ਗੁਰੂ ਵਾਲੇ ਬਣਨ ਦਾ ਮਤਲਬ ਹੈ ਵੀ ਨਾਮ ਦਾ ਬੀਜ ਤੁਹਾਡੇ ਹੱਥ ਵਿੱਚ ਆ ਗਿਆ ਤੇ ਸ਼ਰਧਾ ਦੀ ਗਿੱਲ ਤੁਹਾਡੇ ਕੋਲ ਹੈ। ਜੇ ਤੁਸੀਂ ਉਸ ਤਰ੍ਹਾਂ ਬਾਣੀ ਪੜ੍ਹਦੇ ਹੋ, ਧਰਤੀ ਠੰਡੀ ਰਹੂ, ਹਿਰਦਾ ਠੰਡਾ ਤਾਂ ਰਹੂਗਾ, ਪਰ ਉਹਦੇ ਵਿੱਚ ਲਾਭ ਦਾਣਿਆਂ ਦੇ ਜੰਮਣ ਵਾਂਗੂ ਪੌਦਾ ਤੇ ਪੈਦਾ ਹੋਣ ਵਾਂਗੂ ਉਹ ਨਹੀਂ ਮਿਲਣਾ। ਇਹ ਫਰਕ ਹੈ। ਬਿਨ ਸਤਿਗੁਰੂ ਨਾਮ ਨਾ ਪਾਈਏ। ਅੱਗੇ ਦੱਸਦੇ ਹਨ ਜੀ, ਬੁਝੋ ਕਰ ਵਿਚਾਰ। ਇਹ ਬ੍ਰਹਮ ਦੀ ਵਿਚਾਰ ਕਰਕੇ ਬੁਝ ਲਓ, ਜਾਣ ਲਓ ਇਸ ਗੱਲ ਨੂੰ। ਮਹਾਰਾਜ ਕਹਿੰਦੇ ਨਾਨਕ ਪੂਰੇ ਭਾਗ ਸਤਿਗੁਰ ਮਿਲੈ। ਅਖੇ ਜੀ ਸਤਿਗੁਰੂ ਕਿਹਨੂੰ ਮਿਲਦਾ ਹੈ? ਕਹਿੰਦੇ ਜਿਨ੍ਹਾਂ ਦੇ ਭਾਗ ਕਰਮ ਚੰਗੇ ਹੋ, ਜਿਨ੍ਹਾਂ ਮਸਤਕ ਤੁਰ ਹਰ ਲਿਖਿਆ, ਇਹਨਾਂ ਸਤਿਗੁਰ ਮਿਲਿਆ ਰਾਮਦਾਸ ਜੀ, ਉਹਨਾਂ ਨੂੰ ਮਿਲਦਾ ਹੈ। ਯਾਨੀ ਭਾਗਾਂ ਤੋਂ ਬਾਅਦ ਇਹ ਹੈ ਵੀ ਪਿਛਲੇ ਜਨਮ ਦੇ ਨਿਸ਼ਕਾਮ ਕਰਮ ਕੀਤੇ ਹੋਣ। ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਈਸ਼ਵਰ ਉਹ ਲੇਖ ਲਿਖ ਦਿੰਦਾ ਹੈ ਕਿ ਅਗਲੇ ਜਨਮ ਦੇ ਤੈਨੂੰ ਗੁਰੂ ਦੀ ਪ੍ਰਾਪਤੀ ਹੋਏ। ਇਹ ਹੈ ਭਾਗਾਂ ਦੀ। ਨਾਨਕ ਪੂਰੇ ਭਾਗ ਸਤਿਗੁਰ ਮਿਲੈ। ਸਤਿਗੁਰੂ ਪ੍ਰਾਪਤ ਹੁੰਦਾ ਉਹਨਾਂ ਨੂੰ। ਸੁਖ ਪਾਏ ਜੁਗ ਚਾਰ। ਚੌਂ ਜੁਗੀ ਸੰਸਾਰ ਦੇ ਵਿੱਚ ਗੁਰੂ ਦੁਆਰਾ ਹੀ ਸੁਖ ਮਿਲਿਆ, ਚਾਹੇ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਕੋਈ ਵੀ ਯੁਗ ਹੈ। ਚਾਹੋਂ ਜੁਗਾਂ 'ਚ ਸੁਖ ਮਿਲਦਾ ਹੈ ਨਾਮ ਦੁਆਰਾ। ਮਹੱਲਾ ਤੀਜਾ। ਅੱਗੇ ਹੁਣ ਮਹੱਲਾ ਉਚਾਰਨ ਕਰਦੇ ਨੇ ਤੀਸਰੇ ਪਾਤਸ਼ਾਹ ਜੀ। ਕਿਆ ਗੱਭਰੂ ਕਿਆ ਬਿਰਧ ਹੈ। ਇਹ ਕਹਿੰਦੇ ਭਾਵੇਂ ਤਾਂ ਭਾਈ ਗੱਭਰੂ ਨੌਜਵਾਨ ਹੋਵੇ, ਜਵਾਨੀ ਵਾਲਾ ਹੋਵੇ, ਕੋਈ ਵੀ ਮਾਈ ਪਾਈ ਹੈ, ਚਾਹੇ ਗੱਭਰੂ ਹੈ ਚਾਹੇ ਬੁਢਾਪਾ ਆ ਗਿਆ, ਬਿਰਧ ਹੈ, ਇਹਦੇ ਜਾਂ ਕੋਈ ਭਾਵ ਨਹੀਂ। ਅੱਗੇ ਦੱਸਦੇ ਨੇ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਮਨਮੁਖ ਜਵਾਨੀ ਵਿੱਚ ਵੀ ਹੋ ਸਕਦਾ, ਮਨਮੁਖ ਬੁਢਾਪੇ 'ਚ ਵੀ ਹੋ ਸਕਦਾ। ਬਚਪਨ ਤਾਂ ਚਲੋ ਅਗਿਆਨ ਹੈ, ਉਹ ਨਹੀਂ ਗਿਣਿਆ ਇਹਦੇ ਵਿੱਚ। ਤੇ ਇਸ ਕਰਕੇ ਵੀ ਮਨਮੁਖ ਭਾਵੇਂ ਬਿਰਧ ਹੈ ਔਰ ਭਾਵੇਂ ਨੌਜਵਾਨ ਹੈ, ਮਨਮੁਖਾਂ ਨੂੰ ਅੰਦਰ ਤ੍ਰਿਸ਼ਨਾ ਨਹੀਂ ਮਿਟਦੀ ਹੈ। ਤ੍ਰਿਸ਼ਨਾ ਦੀ ਭੁੱਖ ਜਿਹੜੀ ਹੈ ਉਹ ਜਾਂਦੀ ਨਹੀਂ ਉਹਨਾਂ ਦੀ। ਕੋਟ ਜੋਰ ਹੈ, ਲਾਖ ਕਰੋੜ ਹੈ, ਮਰ ਨਹੀਂ ਹੋ ਰਿਹਾ, ਪਰਾ ਪਰਾ ਹੀ ਕੋਲੂ ਜੀ। ਪਰੇ ਤੋਂ ਪਰੇ 100 ਮਿਲ ਗਏ, ਹਜ਼ਾਰ, ਹਜ਼ਾਰ ਮਿਲ ਗਿਆ ਲੱਖ, ਲੱਖ ਮਿਲਿਆ ਕਰੋੜ, ਕਰੋੜ ਮਿਲ ਗਿਆ ਅਰਬ, ਅਰਬ ਮਿਲਿਆ ਖਰਬਾਂ। ਇਹਦਾ ਕੋਈ ਹੱਦ ਬੰਨਾ ਹੀ ਨਹੀਂ ਹੈ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਇਹ ਤਾਂ ਜਿਸ ਵੇਲੇ ਸੰਤੋਖ ਆਊਗਾ, ਬਿਨ ਸੰਤੋਖ ਭੁੱਖਾ ਨਹੀਂ ਰਹਿੰਦਾ। ਸੁਬਨ ਮਨੋਰਥ ਬਿਰਥੇ ਸਭ ਕਰ। ਤੇ ਸੰਤੋਖ ਆ ਗਿਆ ਤਾਂ ਉਸ ਵੇਲੇ ਸੰਤੁਸ਼ਟਤਾ ਪ੍ਰਾਪਤ ਹੋ ਜਾਏਗੀ। ਚਾਹੇ ਪੱਲੇ ਕੱਖ ਵੀ ਨਾ ਹੋਵੇ, ਫੁੱਟੀਆਂ ਕੌਡੀਆਂ ਨਾ ਹੋਣ, ਛੱਤ ਨਾ ਹੋਵੇ ਰਹਿਣ ਵਾਸਤੇ, ਜੰਗਲਾਂ 'ਚ ਰਹਿਣਾ ਪਏ, ਬਸ ਜਿਸ ਨਾਮ ਰਹਦੇ ਸੋਈ ਵਡ ਰਾਜਾ। ਉਹ ਰਾਜਿਆਂ ਦਾ ਵੀ ਰਾਜੇ ਤਾਂ ਜਾ ਜਾ ਕੇ ਜੰਗਲਾਂ 'ਚ ਮੱਥੇ ਰਗੜਦੇ ਦੇਖੇ ਗਏ। ਕੋ ਹਰ ਸਮਾਨ ਨਹੀਂ ਰਾਜਾ। ਤੇ ਇਸ ਕਰਕੇ ਕਿਹਾ ਹੈ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਂਦੀ ਹੈ ਤਾਂ ਤ੍ਰਿਸ਼ਨਾ ਬੁਝੇ ਹਰ ਕੈ ਨਾਮ। ਪਰਮਾਤਮਾ ਦੇ ਨਾਮ ਦੇ ਨਾਲ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਅੱਗ ਨੇ ਬੁਝਣੇ ਪਾਣੀ ਪਾਉਣ ਦੇ ਨਾਲ ਤੇ ਲੱਕੜਾਂ ਪਾਉਣ ਦੇ ਨਾਲ ਤਾਂ ਕਦੇ ਅੱਗ ਬੁਝੀ ਨਹੀਂ ਹੈ। ਪਦਾਰਥ ਇਕੱਠਾ ਕਰਨ ਦੇ ਨਾਲ ਤ੍ਰਿਸ਼ਨਾ ਕਦੇ ਨਹੀਂ ਬੁਝਦੀ। ਨਾਮ ਰੂਪੀ ਜਲ ਪਾਉਣ ਦੇ ਨਾਲ, ਸੰਤੋਖ ਰੂਪੀ ਜਲ ਪਾਉਣ ਦੇ ਨਾਲ ਇਹ ਤ੍ਰਿਸ਼ਨਾ ਨਿਵਰਤ ਹੋ ਜਾਂਦੀ। ਇਹ ਭਾਣੇ 'ਚ ਰਹਿੰਦਾ, ਜੈਸਾ ਮਿਲੇ ਉਹਦੇ 'ਚ ਸੰਤੁਸ਼ਟ ਰਹਿੰਦਾ ਹੈ। ਗੁਰਮੁਖ ਸ਼ਬਦੇ ਰਤਿਆ। ਜਿਹੜੇ ਗੁਰਮੁਖ ਨੂੰ ਹੋ ਸ਼ਬਦ ਦੇ ਵਿੱਚ ਰੰਗੇ ਗਏ ਹਨ। ਸੀਤਲ ਹੋਏ ਆਪ ਗਵਾਏ। ਉਹਨਾਂ ਨੇ ਆਪਣਾ ਆਪਾ ਹੰਗਤਾ ਗਵਾ ਦਿੱਤੀ ਹੈ ਤੇ ਹਿਰਦਾ ਠੰਡਾ ਹੋ ਗਿਆ। ਜਦੋਂ ਚੁੱਲ੍ਹੇ ਦੇ ਵਿੱਚੋਂ ਅੱਗ ਬੁਝ ਗਈ, ਲੱਕੜਾਂ ਸਿੱਟਣੀਆਂ ਬੰਦ ਕਰ ਦਿਓ। ਤੇ ਅੱਗ ਨੂੰ ਬੁਝਾਉਣ ਦਾ ਇੱਕ ਵਧੀਆ ਤਰੀਕਾ ਇਹ ਵੀ ਲੱਕੜਾਂ ਪਾਉਣੀਆਂ ਬੰਦ ਕਰ ਦਿਓ। ਕਰ ਦਿੱਤੀਆਂ, ਹੌਲੀ ਹੌਲੀ
ਜਿਹੜੀਆਂ ਲੱਕੜਾਂ ਜਲਦੀਆਂ ਸੀ ਸੁਆਹ ਹੋ ਗਈ। ਥੋੜਾ ਚਿਰ ਗਰਮ ਰਹੂਗਾ ਚੁੱਲ੍ਹਾ, ਹੌਲੀ ਹੌਲੀ ਚੁੱਲ੍ਹਾ ਵੀ ਠੰਡਾ ਹੋ ਜਾਂਦਾ। ਤੇ ਇਸ ਤਰ੍ਹਾਂ ਤ੍ਰਿਸ਼ਨਾ ਜਿਹੜੀ ਅੰਦਰੋਂ ਮਿਟ ਜਾਏ, ਇਹ ਹਿਰਦੇ ਦਾ ਚੁੱਲ੍ਹਾ ਤਪਣ ਤੋਂ ਹਟ ਜਾਂਦਾ ਹੈ ਤੇ ਹੌਲੀ 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 ਸ਼ਾਂਤ ਹੋ ਜਾਂਦਾ ਹੈ। ਤੇ ਇਸ ਕਰਕੇ ਆਪਣਾ ਗਵਾ ਦਿੱਤਾ ਹੈ, ਭਾਵ ਹੰਕਾਰ ਨਿਵਰਤ ਕਰ ਦਿੱਤਾ ਤੇ ਸ਼ੀਤਲ ਹੋਏ। ਕਲ ਤਾਤੀ ਠੰਡਾ ਹਰ ਨਾਮ, ਨਾਮ ਨੇ ਠੰਡਾ ਕਰ ਦਿੱਤਾ ਹਿਰਦਾ। ਅੰਦਰ ਤ੍ਰਿਪਤ ਸੰਤੋਖਿਆ, ਅੰਦਰ ਸੰਤੁਸ਼ਟਤਾ ਆ ਗਈ। ਕਿਉਂ ਸੰਤੋਖ ਆ ਗਿਆ? ਤ੍ਰਿਪਤੀ ਆ ਗਈ, ਰੱਜ ਆ ਗਿਆ। ਸੰਤੋਖ ਆਉਣ ਕਰਕੇ ਫਿਰ ਭੁੱਖ ਨਾ ਲੱਗਾ ਆਏ, ਮੁੜ ਕੇ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ ਹੈ ਆ ਕਰਕੇ। ਨਾਨਕ ਜੇ ਗੁਰਮੁਖ ਕਰਹਿ ਸੋ ਪ੍ਰਵਾਨ ਹੈ। ਮਹਾਰਾਜ ਜੀ ਫਰਮਾਨ ਕਰਦੇ ਹੈ, ਜੋ ਗੁਰਮੁਖ ਜਿਹੜੇ ਕਮਾਈਆਂ ਵਾਲੇ ਨੇ, ਜੋ ਵੀ ਉਹ ਕਿਰਿਆ ਕਰਦੇ ਹੈ ਉਹ ਪ੍ਰਵਾਨ ਨਹੀਂ ਹੈ, ਕਿਉਂਕਿ ਗਲਤ ਕਿਰਿਆ ਹੀ ਨਹੀਂ ਹੈ। ਉਹ ਜੋ ਵੀ ਕਰਦੇ ਆ ਪ੍ਰਮਾਤਮਾ ਪ੍ਰਵਾਨ ਕਰ ਲੈਂਦਾ ਹੈ। ਸਿਮਰਨ ਕਰਦੇ ਹੋ, ਕੀਰਤਨ ਕਰਨ ਗੁਰੂ ਪ੍ਰਵਾਨ ਕਰਦਾ ਹੈ, ਕਥਾ ਕਰਨ ਗੁਰੂ ਪ੍ਰਵਾਨ ਕਰਦਾ ਹੈ, ਨਾਮ ਜਪਣ ਗੁਰੂ ਪ੍ਰਵਾਨ ਕਰਦਾ ਹੈ। ਤੇ ਇਸ ਪ੍ਰਕਾਰ ਜੋ ਵੀ ਕਰਤਵ ਕਰਦੇ ਆ ਪ੍ਰਵਾਨ ਨਹੀਂ ਹੋਵੇ, ਮਹਾਰਾਜ ਉਹਨਾਂ ਦੇ ਕੀਤੇ ਨੂੰ ਥਾਂ ਪਾਉਂਦਾ ਹੈ। ਜੋ ਨਾਮ ਰਹੇ ਲਿਵ ਲਾਏ, ਜਿਨ੍ਹਾਂ ਨੇ ਨਾਮ ਦੇ ਵਿੱਚ ਲਿਵ ਬਿਰਤੀ ਨੂੰ ਲਾ ਕੇ ਰੱਖਿਆ, ਇਕਾਗਰਤਾ ਰੂਪ ਬਿਰਤੀ ਨੂੰ ਲਿਵ ਕਹਿੰਦੇ ਆ, ਜਿਨ੍ਹਾਂ ਨੇ ਲਿਵ ਲਾ ਕੇ ਰੱਖੀ ਹੈ। ਪੌੜੀ ਅੱਗੇ ਪੌੜੀ ਕਥਨ ਕੀਤੀ ਹੈ ਜੀ। ਹਉ ਬਲਿਹਾਰੀ ਤਿਨ ਕੋ, ਓ ਮੈਂ ਉਹਨਾਂ ਤੋਂ ਬਲਿਹਾਰੀ, ਤਿੰਨ ਕੌਮ ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਜੋ ਗੁਰਮੁਖ ਸਿੱਖਾ, ਜੋ ਮੁਖੀ ਗੁਰੂ ਸਾਹਿਬ ਦੇ ਸਿੱਖ ਬਣਿਆ, ਉਪਦੇਸ਼ ਲਿਆ ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਸੋ ਭਲਕੇ ਉਠ ਆਰਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਗੁਰੂ ਦੀ ਰਹਿਤ ਵਹਿਤ ਵਿੱਚ ਰਹਿੰਦੇ ਨੇ, ਮਰਿਆਦਾ ਵਿੱਚ ਰਹਿੰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਜੋ ਹਰ ਨਾਮ ਧਿਆਇਂਦੇ, ਕਹਿੰਦੇ ਗੁਰਸਿੱਖਾ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ, ਜੇ ਨਾਮ ਨਹੀਂ ਜਪ ਹੁੰਦਾ, ਥੋੜਾ ਜਪ ਹੁੰਦਾ ਹੈ, ਤਾਂ ਜਿਨ੍ਹਾਂ ਦੀਆਂ ਲਿਵ ਲੱਗੀਆਂ ਹੋਈਆਂ ਨੇ, ਕਹਿੰਦੇ ਤੂੰ ਉਹਨਾਂ ਦਾ ਸਤਿਕਾਰ ਹੀ ਕਰ ਲੈ, ਉਹਨਾਂ ਦਾ ਦਰਸ਼ਨ ਹੀ ਕਰ ਲੈ, ਤਾਂ ਵੀ ਤੈਨੂੰ ਲਾਭ ਮਿਲੂਗਾ, ਇਕਾਗਰਤਾ ਮਿਲੇਗੀ। ਤੇ ਇਸ ਕਰਕੇ ਹੈ ਜੋ ਹਰ ਨਾਮ ਧਿਆਇਂਦੇ, ਜਿਹੜੇ ਨਾਮ ਧਿਆਉਂਦੇ ਨਾ, ਤੈਨੂੰ ਦਰਸ਼ਨ ਪਿੱਖਾ, ਉਹਨਾਂ ਦੇ ਦਰਸ਼ਨ ਹੀ ਵੇਖ ਲੈ, ਇਹਦੇ ਨਾਲ ਲਾਭ ਹੋਏਗਾ। ਦਰਸ਼ਨ ਕਰਨ ਦੇ ਨਾਲ ਉਹਨਾਂ ਦੀ ਇਕਾਗਰਤਾ ਦਾ ਗੱਫਾ ਤੈਨੂੰ ਮਿਲੇਗਾ, ਤੇਰਾ ਵੀ ਮਨ ਸੁੱਧ ਹੋ ਜਾਏਗਾ। ਤੇ ਇਸ ਕਰਕੇ ਜੇ ਗੁਰੂ ਦੇ ਦਰਸ਼ਨਾਂ ਦਾ ਮਹਾਤਮ ਹੈ, ਤਾਂ ਗੁਰਸਿੱਖਾਂ ਦੇ ਦਰਸ਼ਨਾਂ ਦਾ ਵੀ ਮਹਾਤਮ ਹੈ। ਜੇ ਗੁਰੂ ਦੀ ਸੇਵਾ ਮਹਾਤਮ ਹੈ, ਤਾਂ ਗੁਰਸਿੱਖਾਂ ਦੀ ਸੇਵਾ ਦਾ ਵੀ ਮਹਾਤਮ ਹੈ। ਇਹ ਸਮਝਣ ਵਾਲੀ ਬਾਤ ਹੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ ਹੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰੂ ਖੁਸ਼ੀ ਆਵੇ। ਗੁਰੂ ਦੀ ਖੁਸ਼ੀ ਹੈ। ਤਿਨ ਦਰਸ਼ਨ ਪਿਖਾ, ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਆ ਜਾ ਕਰਕੇ। ਜੇ ਸੁਣ ਕੀਰਤਨ ਹਰ ਗੁਣ ਰਵਾ, ਕੀ ਕਰਨਾ ਹੈ ਗੁਰਸਿੱਖਾਂ ਦੇ ਕੋਲ, ਮਹਾਤਮਾ ਕੋਲ ਜਾ ਕੇ? ਜੇ ਕੀਰਤਨ ਆਉਂਦਾ ਹੈ ਤਾਂ ਕੀਰਤਨ ਕਰਨਾ, ਜੇ ਕੀਰਤਨ ਨਹੀਂ ਆਉਂਦਾ ਤਾਂ ਸੁਣਨਾ ਹੈ। ਦੇਖੋ ਮਹਾਰਾਜ ਨੇ ਕਿੱਡੀ ਕਿਰਪਾ ਕੀਤੀ। ਚਲੋ ਇਹ ਕੋਈ ਕਹਿ ਸਕਦਾ ਜੀ ਮੈਨੂੰ ਕਥਾ ਨਹੀਂ ਆਉਂਦੀ, ਮੈਂ ਪੜ੍ਹਿਆ ਹੋਇਆ, ਬਿਲਕੁਲ ਮੰਨ ਸਕਦੇ ਆ। ਇਹ ਵੀ ਕਹਿ ਸਕਦਾ ਮੈਨੂੰ ਕੀਰਤਨ ਨਹੀਂ ਆਉਂਦਾ, ਮੈਨੂੰ ਪਾਠ ਨਹੀਂ ਆਉਂਦਾ। ਲੇਕਿਨ ਇਹ ਤਾਂ ਕੋਈ ਗੱਲ ਇਹ ਕਹਿੰਦਾ ਹੈ ਤਾਂ ਫਿਰ ਮੰਨੀ ਨਹੀਂ ਜਾਏਗੀ ਜੀ ਮੈਨੂੰ ਪਾਠ ਸੁਣਨਾ ਨਹੀਂ ਆਉਂਦਾ, ਮੈਨੂੰ ਕਥਾ ਸੁਣਨੀ ਨਹੀਂ ਆਉਂਦੀ, ਮੈਨੂੰ ਕੀਰਤਨ ਸੁਣਨਾ ਨਹੀਂ ਆਉਂਦਾ। ਫਿਰ ਤਾਂ ਇਹ ਮਨਮਤ ਹੋਈ। ਕੌਣ ਕਹਿੰਦਾ ਵੀ ਸੁਣਨਾ ਨਹੀਂ? ਸੁਣਨ ਦਾ ਮਹਾਤਮ ਕਰਨ ਨਾਲੋਂ ਵੀ ਜ਼ਿਆਦਾ ਦੱਸਿਆ ਹੋਇਆ। ਇਸ ਕਰਕੇ ਫਿਰ ਮਹਾਰਾਜ ਸਾਹਿਬ ਕਹਿੰਦੇ ਕੀਰਤਨ ਨੂੰ ਸੁਣਨਾ, ਕਥਾ ਨੂੰ ਸੁਣਨਾ, ਫਿਰ ਹਰ ਗੁਣ ਰਵਾਂ। ਹੈ ਮਹਾਰਾਜ, ਮੈਂ ਕਥਾ ਕੀਰਤਨ ਸੁਣ ਕੇ ਗੁਰਸਿੱਖਾਂ ਦੇ ਕੋਲੋਂ ਮੈਂ ਨਾਮ ਦਾ ਉਚਾਰਨ ਕਰਾਂ, ਤੁਹਾਡੇ ਗੁਣਾਂ ਨੂੰ ਉਚਾਰਨ ਕਰਾਂ। ਹਰ ਜਸ ਮਨ ਲਿਖਾ, ਹਰੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਜਸ ਹੈ ਉਹ ਹਿਰਦੇ ਰੂਪੀ ਕਾਗਜ਼ ਦੇ ਉੱਤੇ ਮੈਂ ਲਿਖ ਲਵਾਂ। ਹਰ ਨਾਮ ਸਲਾਹੀ ਰੰਗ ਸਿਉ, ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹਦੀ ਸ਼ਲਾਘਾ ਕਰਨੀ ਹੈ। ਪਰ ਇੱਕ ਘੁੰਡੀ ਰੱਖ ਦਿੱਤੀ ਮਹਾਰਾਜ ਨੇ, ਰੰਗ ਸਿਉ। ਰੰਗ ਦਾ ਅਰਥ ਕੀ ਹੈ? ਪ੍ਰੇਮ। ਕੀਰਤਨ ਕਰੋ, ਕਥਾ ਕਰੋ, ਪਾਠ ਕਰੋ, ਪਰ ਰੰਗ ਸਿਉ ਕਿਹਾ, ਜਿਹੜੀ ਪ੍ਰੇਮ ਵਿੱਚ ਕਰੋ, ਪ੍ਰੇਮ ਵਿੱਚ ਭਿੱਜ ਕੇ ਕਰੋ, ਉਹ ਥਾਂ ਪੈਂਦੀ ਹੈ।
तो इस करके महाराज ने इशारा दिता है, सब किलविख कृखा। ਇਹ ਤੁਹਾਡੇ ਕਿਲ ਵਿਖ ਜਿਹੜੇ ਕਿਲ ਨਿਸ਼ਚੇ ਕਰਕੇ ਵਿਖ ਵਿਉ ਵਰਗੇ ਪਾਪ, ਜਾਂ ਫਿਰ ਚਾਰ ਵੱਡੇ ਪਾਵਨ ਬ੍ਰਾਹਮਣ ਕੈਲੀ ਘਾਤ ਕੰਚਕਾ ਅਣਚਾਰੀ ਕਾ ਤਾਨ, ਇਹ ਕ੍ਰਿਖਾ ਤੇ ਸ਼ਬਦ ਦੀ ਕਮਾਈ ਜਿਹੜੀ ਇਹਨੂੰ ਖਤਮ ਕਰ ਦੇਗੀ, ਖਿੱਚ ਲਏਗੀ। ਜਿਵੇਂ ਕਿਸੇ ਨਫ਼ਰਤ ਨਾਲ ਧੂ ਦੇਈਦਾ ਨਾ ਕਿਸੇ ਨੂੰ, ਕਹਿੰਦਾ ਇੱਧਰ ਆਓ, ਇਹ ਪਾਪ ਸਾਰੇ ਜਿਹੜਾ ਨਾਮ ਧੂ ਕੇ ਰੱਖ ਦਿੰਦਾ ਹੈ, ਖਿੱਚੇ ਜਾਂਦੇ ਨੇ ਹਿਰਦੇ ਦੇ ਵਿੱਚੋਂ, ਕੋਈ ਨਹੀਂ ਰਹਿੰਦਾ, ਬਾਕੀ ਨਾਸ ਹੋ ਜਾਂਦੇ ਨੇ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ। ਧਨ ਉਹ ਸਰੀਰ, ਧਨ ਉਹ ਹਿਰਦਾ, ਸੋਭਨੀਕ ਹੈ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ। ਤੇ ਉਹ ਧਨਤਾ ਦੇ ਯੋਗ ਸੋਭਨੀਕ ਸਰੀਰ, ਅਰ ਧਨਤਾ ਦੇ ਯੋਗ ਉਹ ਅੰਤਿਸ਼ਕਰਨ ਦਾ ਥਾਨ ਹਿਰਦਾ। ਕਿਹੜਾ ਹਿਰਦਾ ਦੱਸਦੇ ਹਨ? ਜਿੱਥੈ ਮੇਰਾ ਗੁਰ ਧਰੇ ਵਿਖਾ। ਜਿੱਥੇ ਮੇਰਾ ਗੁਰੂ ਆਪਣਾ ਵਿਖਾ ਨਾਮ ਹੈ ਕਦਮ ਦਾ, ਕਦਮ ਤੋਂ ਭਾਵ ਹੈ ਚਰਨ। ਜਿੱਥੇ ਮੇਰੇ ਗੁਰੂ ਨੇ ਚਰਨ ਧਰਦੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਮ। ਜਾਂ ਸਭ ਧਰਤ ਪਈ ਹਰਿਆਵਲੀ, ਇਹ ਦੋ ਤਰ੍ਹਾਂ ਦਾ ਪਾਠ ਹੈ, ਧਰਤ ਵੀ ਹੈਗੇ ਧਰਤੀ ਵੀ ਹੈਗੀ। ਤੇ ਇਸ ਕਰਕੇ ਹੈ, ਜੇ ਕੋਈ ਧਰਤ ਕਹਿੰਦੇ ਤਾਂ ਵੀ ਸ਼ੰਕਾ ਨਾ ਕਰੋ, ਕਿਉਂਕਿ ਪਾਠ ਹੀ ਦੋ ਨੇ। ਸਾ ਧਰਤੀ ਪਈ ਹਰਿਆਵਲੀ ਹੈ ਪਾਠ, ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ। ਸੋ ਇਸ ਪ੍ਰਕਾਰ ਹੈ, ਜਿਹੜੇ ਹਿਰਦੇ 'ਚ ਗੁਰੂ ਨਾਨਕ ਦੇ ਚਰਨ ਪੈ ਗਏ, ਉਹ ਹਿਰਦਾ ਵੀ ਧਨ ਹੋ ਗਿਆ। ਇਹ ਧਿਆਨ ਦੇ ਵਿੱਚ, ਧਿਆਨ ਦੁਆਰਾ ਚਰਨ ਹਿਰਦੇ 'ਚ ਆਏ। ਭਾਈ ਗੋਂਦਾ ਕਸ਼ਮੀਰ ਕਿੱਥੇ ਬੈਠਾ ਸੀ ਉਹ, ਤੇ ਭਾਈ ਸਾਹਿਬ ਜੀ ਕਿੱਥੇ ਬੈਠਿਆ? ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਦੇ ਅੰਦਰ ਕਾਬਲ ਕੰਧਾਰ ਦੀ ਬੈਠਾ ਸਿੱਖ, ਤੇ ਚਰਨ ਹਿਰਦੇ ਦੇ ਵਿੱਚ ਨੇ। ਮਹਾਰਾਜ ਸਾਹਿਬ ਜੀ 3 ਪਹਿਰ ਨਹੀਂ ਰਹੇ, 9 ਘੰਟੇ ਬਣਦੇ ਨੇ, ਸਮਾਧੀ 'ਚ ਰਹੇ। ਮਹਾਰਾਜ ਉੱਠਦੇ, ਭੋਜਨ ਨਹੀਂ ਛਕਦੇ, ਬੋਲੇ ਹੀ ਨਹੀਂ। ਬਾਅਦ 'ਚ 9 ਘੰਟੇ ਬਾਅਦ ਲੰਗਰ ਠੰਡਾ ਹੋਇਆ, ਛਕੇ। ਕਹਿੰਦੇ ਮਹਾਰਾਜ ਕੀ? ਕਹਿੰਦੇ ਭਾਈ ਮੇਰੇ ਸਿੱਖ ਨੇ ਚਰਨ ਘੁੱਟ ਕੇ ਫੜੇ ਹੋਏ ਸੀ, ਜੇ ਮੈਂ ਹਿਲਦਾ ਤਾਂ ਉਹਦਾ ਧਿਆਨ ਹਿਲ ਜਾਣਾ ਸੀ। ਮੈਂ ਅਡੋਲ ਬੈਠਾ, ਸਿੱਖ ਅਡੋਲ ਬੈਠੇ। ਜਦੋਂ ਭਾਈ ਸਾਹਿਬ ਆਇਆ, ਫਿਰ ਪੁੱਛਿਆ ਦਿਨ ਤਾਰੀਖ ਸਮਾਂ, ਕਹਿੰਦੇ ਵੀ ਧੰਨ ਹੈ ਭਾਈ ਗੋਂਦਾ, ਕਾਬਲ ਕੰਧਾਰ 'ਚ ਬੈਠਾ। ਤੇ ਇਸ ਕਰਕੇ ਉਹ ਧੰਨ ਹੈ ਜਿੱਥੇ ਗੁਰੂ ਨੇ ਆਪਣਾ ਕਦਮ ਰੱਖਤਾ ਹਿਰਦੇ ਵਿੱਚ। ਧਿਆਨ ਦੁਆਰਾ ਅਸੀਂ ਗੁਰੂ ਨਾਨਕ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਲੈਣਾ। ਚਿੱਤ ਚਰਨ ਨਾਮ ਗੁਰੂ ਕਿਰਪਾ ਕਰੇ। ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ। ਮੁੱਖ ਬਾਗ ਦੀ ਗੁਰੂ ਸਾਹਿਬ ਕਰਾ ਪੰਕਤੀ ਪੂਰੀ ਹੋ ਗਈ ਜੀ? ਹਾਂਜੀ, ਠੀਕ ਹੈ। ਇਹ ਨਹੀਂ ਪਿਛਲੀ ਪੰਕਤੀ ਬੋਲ ਦੋ, ਸਮਾਪਤੀ ਕਰੀਏ। ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ। ਜਿੱਥੈ ਮੇਰਾ ਗੁਰ ਧਰੇ ਵਿਖਾ। ਹੇ ਗੋਬਿੰਦ ਹੈ ਗੋਪਾਲ, ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਇਆ ਧਾਰ। ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ। ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ। ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।